ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਅਤੇ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ ਰਾਗ ਨਾਦ ਧੁਨੀ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਰਾਗ ਨਾਦ ਧੁਨੀ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਸਾਚੇ ਤੇ ਪਵਨਾ ਪਿਆ, ਪਵਨੈ ਤੇ ਜਲ ਹੋਏ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਸਾਰਾ। ਇਹ ਕਵਾਓ, ਇਹ ਜੋਤ, ਅਨਹਦ ਨਾਦ ਜਾਂ ਸ਼ਬਦ ਕਿਤੇ ਮੱਧਮ ਹੋ ਕੇ ਖਤਮ ਨਹੀਂ ਹੋ ਗਿਆ, ਬਲਕਿ ਸਾਰੇ ਪਸਾਰੇ ਵਿੱਚ ਲਗਾਤਾਰ ਓਤ-ਪੋਤ ਰਵਿਆ ਹੈ। ਇਸ ਦੀ ਗੂੰਜ ਨਾ ਘਟਦੀ ਹੈ ਨਾ ਵੱਧਦੀ ਹੈ, ਲੋੜ ਕੇਵਲ ਇਸ ਨੂੰ ਅਨੁਭਵ ਕਰਨ ਦੀ ਹੈ। ਇਹ ਕਵਾਓ, ਇਹ ਜੋਤ, ਅਨਹਦ ਨਾਦ ਜਾਂ ਸ਼ਬਦ ਕਿਤੇ ਮੱਧਮ ਹੋ ਕੇ ਖਤਮ ਨਹੀਂ ਹੋ ਗਿਆ, ਬਲਕਿ ਸਾਰੇ ਪਸਾਰੇ ਵਿੱਚ ਲਗਾਤਾਰ ਓਤ-ਪੋਤ ਰਵਿਆ ਹੈ। ਇਸ ਦੀ ਗੂੰਜ ਨਾ ਘਟਦੀ ਹੈ ਨਾ ਵੱਧਦੀ ਹੈ, ਲੋੜ ਕੇਵਲ ਇਸ ਨੂੰ ਅਨੁਭਵ ਕਰਨ ਦੀ ਹੈ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਸੇ ਅਨਹਦ ਧੁਨੀ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਸੱਚ, ਹੁਕਮ, ਜੀਵਨ, ਰੌਂ, ਲਿਵ ਆਦਿ ਨਾਲ ਦਰਸਾਇਆ ਗਿਆ ਹੈ। ਅਤੇ ਇਹੀ ਅਨਹਦ ਧੁਨੀ ਇਤਨੀ ਸ਼ਕਤੀਸ਼ਾਲੀ ਹੈ ਕਿ ਇਸ ਦੇ ਆਸਰੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਦੁਨੀਆ ਦੀ ਸਰਬ ਸੰਭਾਲ ਉਤਪਤ ਅਤੇ ਪਰਲੋ ਹੋ ਰਹੀ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ। ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲ ਆਕਾਰ। ਨਾਮ ਕੇ ਤਾਰੇ ਪੁਰੀਆ ਸਭ ਪਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਇਹ ਇਲਾਹੀ ਨਾਦ ਜੋ ਘਟ ਘਟ ਵਿੱਚ ਵੱਜ ਰਿਹਾ ਹੈ, ਇਸ ਨੂੰ ਹੀ ਅਨਹਦ ਨਾਦ, ਅਨਹਦ ਸ਼ਬਦ, ਅਨਹਦ ਧੁਨੀ, ਅਨਹਦ ਝੁਨਕਾਰ, ਸ਼ਬਦ ਧੁਨ, ਪੰਚ ਸ਼ਬਦ, ਨਿਰਮਲ ਨਾਦ, ਰੁਣ ਝੁਨਕਾਰ, ਸਹਿਜ ਧੁਨ ਆਦਿ ਕਿਹਾ ਗਿਆ ਹੈ। ਇਹੀ ਏਕੋ ਕਵਾਓ ਦੀ ਬੋਲੀ ਹੈ। ਇਹ ਇਲਾਹੀ ਨਾਦ ਜੋ ਘਟ ਘਟ ਵਿੱਚ ਵੱਜ ਰਿਹਾ ਹੈ, ਇਹੀ ਏਕੋ ਕਵਾਓ ਦੀ ਬੋਲੀ ਹੈ, ਜੋ ਸਾਰੀ ਸ੍ਰਿਸ਼ਟੀ ਦਾ ਜ਼ਰਾ ਜ਼ਰਾ ਨੇਤ ਨੇਤ ਬਣ ਤ੍ਰਿਣ ਕਹਿਤ ਅਨੁਸਾਰ ਬੋਲ ਰਿਹਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਚਾਤ੍ਰਿਕ ਮੋਰ ਬੋਲਤ ਦਿਨ ਰਾਤੀ, ਸੁਨ ਕਨਹਰ ਕੀ ਕੋਰ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਦੀਸਣਹਾਰ ਕਾਇਨਾਤ ਵਿੱਚ ਜੀਵ ਜੰਤ, ਵਨਸਪਤੀ, ਪਹਾੜ, ਦਰਿਆ, ਚੰਦ, ਸੂਰਜ ਅਤੇ ਤਾਰੇ ਆਦਿ ਇਹ ਸਹਿਜ ਧੁਨ ਜਾਂ ਚੁੱਪ ਦੀ ਬੋਲੀ ਰਾਗ ਰੂਪ ਵਿੱਚ, ਸ਼ਬਦ ਰੂਪ ਵਿੱਚ, ਧੁਨ ਰੂਪ ਵਿੱਚ ਹਰ ਵੇਲੇ ਹਰ ਥਾਂ ਬੋਲ ਰਹੇ ਹਨ। ਘਟ ਘਟ ਵਾਜੈ ਕਿੰਗਰੀ, ਅਨਦਿਨ ਸ਼ਬਦ ਸੁਭਾਏ। ਅਨਹਦ ਸ਼ਬਦ ਵੱਜੈ ਦਿਨ ਰਾਤੀ, ਅਵਿਗਤ ਕੀ ਗਤ ਗੁਰਮੁਖ ਜਾਤੀ। ਤੈ ਅਨਹਦ ਸ਼ਬਦ ਵੱਜੈ ਧੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਰਾਗ, ਸਾਜ਼, ਸੁਰ, ਲੈ, ਤਾਲ ਇਹ ਸਭ ਉਸ ਅਨਹਦ ਨਾਦ ਜਾਂ ਅਨਹਦ ਸ਼ਬਦ ਦੇ ਅਕਸ ਮਾਤਰ ਪ੍ਰਗਟਾਉਣ ਦੇ ਸਾਧਨ ਹਨ। ਰਾਗ, ਸਾਜ਼, ਸੁਰ, ਲੈ, ਤਾਲ ਉਸ ਅਨਹਦ ਨਾਦ ਜਾਂ ਅਨਹਦ ਸ਼ਬਦ ਦੇ ਅਕਸ ਮਾਤਰ ਪ੍ਰਗਟਾਉਣ ਦੇ ਸਾਧਨ ਹਨ।
ਇਹ ਰਾਗ ਜਿਸ ਵਿੱਚੋਂ ਰਸ ਰੂਪ ਵਲਵਲੇ ਉਪਜਦੇ ਹਨ, ਇਸ ਨੂੰ ਕੋਈ ਵਿਰਲਾ ਹੀ ਅਨੁਭਵ ਦੁਆਰਾ ਬੁੱਝ ਕੇ ਮਾਣ ਸਕਦਾ ਹੈ। ਘਟ ਘਟ ਵਾਜੈ ਕਿੰਗਰੀ, ਅਨਦਿਨ ਸਹਿਜ ਸ਼ਬਦ ਸੁਭਾਏ, ਵਿਰਲੇ ਕੋ ਸੋਜੀ ਪਈ, ਗੁਰਮੁਖ ਮਨ ਸਮਝਾਏ। ਰਾਗ ਰਤਨ ਪਰੀਆਂ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ, ਨਾਨਕ ਕਰਤੇ ਕਾ ਇਹੋ ਧਨ ਮਾਰ, ਜੇ ਕੋ ਬੂਝੈ ਇਹੋ ਵਿਚਾਰ। ਅਸੀਂ ਰਾਗ ਦੀ ਬਾਹਰੀ ਟੂੰਟਾਂ ਸੁਣ ਕੇ ਹੀ ਵਾਹ-ਵਾਹ ਕਰ ਛੱਡਦੇ ਹਾਂ। ਤਤ ਰਾਗ ਦੀ ਸੋਝੀ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ। ਜਣੇ ਖਣੇ ਦੀ ਬੁੱਧੀ ਰਾਗ ਤਤ ਨੂੰ ਪਕੜ ਨਹੀਂ ਸਕਦੀ। ਜਹਾਂ ਬੋਲ ਤੈ ਅਛਰ ਆਵਾ, ਜੈ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਗੁਰਮੁਖ ਪਿਆਰੇ ਇੱਕ ਆਪਣਾ ਐਗਜ਼ਾਮਪਲ ਦੇ ਰਹੇ ਹਨ। ਅੱਜ ਤੋਂ ਕੋਈ 60 ਵਰ੍ਹੇ ਪਹਿਲੇ ਦੀ ਗੱਲ ਹੈ। 1930 ਵਿੱਚ ਅਸੀਂ ਲਾਇਲਪੁਰ ਚੁੱਪ ਫਿਲਮ ਸਾਇਲੈਂਟ ਮੂਵੀ ਦੇਖਣ ਗਏ। ਨਾਲ 2 ਬਜ਼ੁਰਗ ਰਿਸ਼ਤੇਦਾਰ ਸਨ। ਉਹਨਾਂ ਵਿੱਚੋਂ ਇੱਕ ਦੀ ਆਯੂ ਲਗਭਗ 80 ਸਾਲ ਦੀ ਹੋਵੇਗੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪਿਆਨੋ 'ਤੇ ਕੋਈ ਰਾਗ ਵਜਾ ਰਿਹਾ ਸੀ। ਵਡੇਰੇ ਬਜ਼ੁਰਗ ਦੀਆਂ ਉਂਗਲੀਆਂ ਹਿੱਲਣੀਆਂ ਸ਼ੁਰੂ ਹੋ ਗਈਆਂ। ਹੌਲੀ ਹੌਲੀ ਫਿਰ ਸਰੀਰ ਵਿੱਚ ਹਰਕਤ ਆਉਣੀ ਆਰੰਭ ਹੋ ਗਈ ਅਤੇ ਉਹ ਰਾਗ ਲੀਨਤਾ ਵਿੱਚ ਕੁਰਸੀ ਤੋਂ ਉੱਠੇ ਅਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕਿੰਨੀ ਦੇਰ ਹੀ ਬੇਖੁਦੀ ਦੀ ਅਵਸਥਾ ਵਿੱਚ ਨੱਚਦੇ ਹੀ ਰਹੇ ਅਤੇ ਰਾਗ ਦੀ ਧੁਨ ਖਤਮ ਹੁੰਦੇ ਸਾਰ ਵਜੰਤਰੀ ਨੂੰ ਜੱਫੀ ਪਾ ਅਸ਼ ਕਰ ਉੱਠੇ। ਸਾਰੇ ਦਰਸ਼ਕ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਅਤੇ ਚਕਿੱਤਰ ਹੋ ਰਹੇ ਸਨ। ਰਾਗ ਦੀਆਂ ਸੂਖਮ ਤਰਬਾਂ ਆਮ ਦਰਸ਼ਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ। ਉਹ ਸਾਰੇ ਰਾਗ ਸੁਣਨ ਦੀ ਥਾਂ ਉਸ ਬਜ਼ੁਰਗ ਨੂੰ ਦੇਖ ਦੇਖ ਕੇ ਹੀ ਆਨੰਦਿਤ ਹੋ ਰਹੇ ਸਨ। ਪਰ ਰਾਗ ਨੇ ਉਸ ਬਜ਼ੁਰਗ ਦੀਆਂ ਅੰਦਰਲੀਆਂ ਤਰਬਾਂ ਨੂੰ ਜਾ ਹਲੂਣਿਆ ਅਤੇ ਉਸ ਦਾ ਅੰਦਰਲਾ ਸੁੱਤਾ ਰਾਗ ਜਗਾ ਦਿੱਤਾ। ਅਸੀਂ ਸਾਰੇ ਰਾਗ ਦੇ ਅਸਲ ਤੱਤ ਤੋਂ ਅਣਜਾਣ ਸਾਂ। ਸਾਡੇ ਵਿੱਚੋਂ ਬਜ਼ੁਰਗ ਹੀ ਸੀ ਜਿਨ੍ਹਾਂ ਦੀ ਸੁਰਤ ਨੇ ਉਸ ਗੁੱਝੇ ਰਾਗ ਤੱਤ ਨੂੰ ਫੜਿਆ ਅਤੇ ਉਸ ਦਾ ਵਿਸਮਾਦੀ ਰੰਗ ਮਾਣਿਆ। ਵਾਸਤਵ ਵਿੱਚ ਰਾਗ ਬੁੱਧੀ ਦੇ ਦਾਇਰੇ ਦੀ ਵਸਤੂ ਨਹੀਂ। ਵਾਸਤਵ ਵਿੱਚ ਰਾਗ ਬੁੱਧੀ ਦੇ ਦਾਇਰੇ ਦੀ ਵਸਤੂ ਨਹੀਂ। ਇਹ ਤਾਂ ਬੁੱਧੀ ਦੀ ਪਕੜ ਤੋਂ ਪਰੇ ਦੀ ਚੀਜ਼ ਹੈ ਅਤੇ ਸੂਖਮ ਤੱਤ ਹੈ। ਇਸ ਨੂੰ ਅਨੁਭਵੀ ਸੁਰਤ ਵਾਲਾ ਹੀ ਸਮਝ, ਪਕੜ ਅਤੇ ਮਾਣ ਸਕਦਾ ਹੈ। ਦੂਸਰਾ ਤਾਂ ਬਾਹਰੀ ਸੁਰ ਲੈ ਤਾਲ ਸੁਣ ਕੇ ਹੀ ਮਾਨਸਿਕ ਆਨੰਦ ਮਾਣ ਲੈਂਦਾ ਹੈ। ਅਸਲ ਤੱਤ ਤੱਕ ਪੁੱਜਣਾ, ਤੱਤ ਨੂੰ ਬੁੱਝਣਾ ਉਸ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹ ਤਾਂ ਰੱਬੀ ਦੇਸ਼ ਅਥਵਾ ਅਨੁਭਵੀ ਮੰਡਲਾਂ ਦੀ ਅਮੋਲਕ ਦਾਤ ਹੈ। ਇਸੇ ਲਈ ਸਤਿਗੁਰਾਂ ਨੇ ਰੱਬੀ ਬਾਣੀ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਰਾਗ ਹੀ ਆਤਮਿਕ ਮੰਡਲ ਦੀ ਗੁੱਝੀ ਚੁੱਪ ਬੋਲੀ ਹੈ। ਰਾਗ ਹੀ ਆਤਮਿਕ ਮੰਡਲ ਦੀ ਗੁੱਝੀ ਚੁੱਪ ਬੋਲੀ ਹੈ। ਕਿਸੇ ਨਾ ਕਿਸੇ ਸ਼ਕਲ ਵਿੱਚ ਰਾਗ ਹਰ ਇੱਕ ਦੀ ਸੁਰਤ ਨੂੰ ਖਿੱਚਣ ਅਤੇ ਜੋੜਨ ਦੀ ਤਾਸੀਰ ਰੱਖਦਾ ਹੈ। ਮਨੁੱਖ ਤਾਂ ਕੀ ਪਸ਼ੂ ਪੰਛੀਆਂ 'ਤੇ ਵੀ ਇਸ ਦਾ ਅਸਰ ਦੇਖਿਆ ਗਿਆ ਹੈ। ਅਸਲ ਵਿੱਚ ਜਿਸ ਰਾਗ ਨੂੰ ਆਪਾਂ ਆਮ ਸਧਾਰਨ ਬੰਦੇ ਸੁਣਦੇ ਅਤੇ ਮਾਣਦੇ ਹਾਂ, ਇਹ ਉਸ ਅਨਹਦ ਨਾਦ, ਉਸ ਡਿਵਾਈਨ ਮਿਊਜ਼ਿਕ ਦਾ ਅਕਸ ਮਾਤਰ ਬਾਹਰਲਾ ਪ੍ਰਗਟਾਵਾ ਹੈ। ਸੂਖਮ ਇਲਾਹੀ ਨਾਦ ਦਾ ਪ੍ਰਗਟਾਵਾ ਮੋਟੀ ਠੁੱਲੀ ਬੁੱਧੀ ਵਾਲੇ ਜੀਵ ਨਹੀਂ ਮਾਣ ਸਕਦੇ। ਤੁਨਿਤ ਲਲਿਤ ਗੁਨਗ ਅਨੇਕ ਪਾਂਤ, ਬੋਹ ਬਿਦ ਰੂਪ ਦਿਖਾਵਨੀ ਨੀਕੀ। ਰਾਗ ਦਾ ਤੱਤ ਜਾਂ ਅਨਹਦ ਸ਼ਬਦ ਅਤ ਸੂਖਮ ਵਸਤੂ ਹੋਣ ਕਾਰਨ ਸਾਡੀ ਸਥੂਲ ਬੁੱਧੀ ਪਕੜ ਨਹੀਂ ਸਕਦੀ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰਲੇ ਰਾਗ ਦੀ ਸੁਰ ਲੈ ਤਾਲ ਨੂੰ ਫੜਨ ਦੀ ਵੀ ਹਰ ਇੱਕ ਵਿੱਚ ਵੱਖਰੋ ਵੱਖਰੀ ਯੋਗਤਾ ਹੁੰਦੀ ਹੈ। ਉਂਝ ਰਾਗ ਹਰ ਇੱਕ ਦੇ ਕੰਨਾਂ ਨੂੰ ਸੁਖਾਵਾਂ ਅਤੇ ਪਿਆਰਾ ਲੱਗਦਾ ਹੈ ਅਤੇ ਖਿੱਚ ਪਾਉਂਦਾ ਹੈ। ਸ਼ੇਕਸਪੀਅਰ ਕਵੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਲੋਕ ਫਾਹੇ ਲਾਉਣ ਯੋਗ ਹਨ ਜਿਨ੍ਹਾਂ ਦੇ ਰਾਗ ਸੁਣਨ ਵਾਲੇ ਕੰਨ ਨਹੀਂ ਹਨ। ਗੁਰੂ ਸਾਹਿਬਾਂ ਨੇ ਗੁਰਬਾਣੀ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ ਤਾਂ ਕਿ ਇਸ ਦੇ ਜ਼ਰੀਏ ਕੋਮਲ ਹੋਏ ਮਨ 'ਤੇ ਗੁਰਬਾਣੀ ਦੇ ਇਲਾਹੀ ਤੀਰਾਂ ਦਾ ਡੂੰਘਾ ਅਸਰ ਹੋਵੇ।
ਸਤਿਗੁਰੂ ਨੇ ਇੰਜ ਰਾਗਾਂ ਨੂੰ ਮਾਨਸਿਕ ਮਨੋਰੰਜਨ ਲਈ ਵਰਤੋਂ ਦੀ ਥਾਂ ਤੋਂ ਚੁੱਕ ਕੇ ਇਲਾਹੀ ਗੁਣ ਗਾਇਨ ਕਰਨ ਲਈ ਵਰਤਿਆ ਅਤੇ ਰਾਗਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਅਤੇ ਇਲਾਹੀ ਰੰਗਣ ਚਾੜੀ। ਇਸ ਨੂੰ ਹੋਰ ਸਪਸ਼ਟ ਕਰਨ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਪਰਮਾਤਮਾ ਦੇ ਇਲਾਹੀ ਪ੍ਰੇਮ ਦੀ ਅਨਹਦ ਧੁਨੀ ਓਤ-ਪੋਤ ਹੈ ਅਤੇ ਰਾਗ ਨਾਦ ਵੀ ਇਸੇ ਅਨਹਦ ਧੁਨੀ ਦੇ ਪ੍ਰਗਟਾਵੇ ਦਾ ਸਾਧਨ ਹਨ। ਇਸ ਲਈ ਗੁਰਬਾਣੀ ਦੇ ਸ਼ਬਦ ਵਿੱਚ ਜੋ ਵੀ ਵਲਵਲਾ ਪ੍ਰਦਾਨ ਹੁੰਦਾ ਹੈ ਉਸ ਨੂੰ ਰਾਗ ਨਾਦ ਵਧਾ ਕੇ ਐਂਪਲੀਫਾਈ ਕਰਕੇ ਹੋਰ ਵੀ ਤੀਬਰ ਅਤੇ ਤੀਖਣ ਕਰ ਦਿੰਦਾ ਹੈ ਅਤੇ ਸਾਡਾ ਅਮੋੜ ਤੇ ਕਠੋਰ ਮਨ ਦਰਵ ਕੇ ਆਪਣੇ ਆਪ ਉਸ ਵਲਵਲੇ ਦੇ ਦਰਿਆ ਵਿੱਚ ਤਾਰੀਆਂ ਲਾਉਂਦਾ ਹੋਇਆ ਆਤਮਿਕ ਆਨੰਦ ਮਾਣਦਾ ਹੈ ਅਤੇ ਅਨਹਦ ਧੁਨੀ ਦੀਆਂ ਝਲਕਾਂ ਨੂੰ ਅਨੁਭਵ ਕਰਦਾ ਹੈ। ਹੇਠ ਲਿਖੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਇਹ ਵਿਚਾਰ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਰਾਗਾਂ ਵਿੱਚ ਸ਼੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ, ਕੇਦਾਰਾ ਰਾਗਾਂ ਵਿੱਚ ਜਾਣੀਐ ਭਾਈ ਸ਼ਬਦੇ ਕਰੇ ਪਿਆਰ, ਮਲਾਰ ਸ਼ੀਤਲ ਰਾਗ ਹੈ ਹਰ ਧਿਆਈਐ ਸ਼ਾਂਤ ਹੋਏ, ਗੁਰਮੁਖ ਮਲਾਰ ਰਾਗ ਜੋ ਕਰੈ ਤਿਨ ਮਨ ਤਨ ਸ਼ੀਤਲ ਹੋਏ, ਤਨਾਸਰੀ ਤਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ, ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਬਾਹਰਲੇ ਰਾਗ ਨਾਦ ਅਨਹਦ ਧੁਨ ਜਾਂ ਸਹਿਜ ਧੁਨ ਦਾ ਅਕਸ ਹੋਣ ਕਰਕੇ ਗੁਰੂ ਸਾਹਿਬਾਂ ਨੇ ਨਿਰੰਕਾਰ ਦੀ ਸਿਫਤ ਸਲਾਗਾ ਦੇ ਨਾਲ ਨਾਲ ਇਹਨਾਂ ਰਾਗਾਂ ਨਾਦਾਂ ਨੂੰ ਵੀ ਸਲਾਹਿਆ ਹੈ। ਧੰਨ ਸੁਰਾਗ ਸੁਰੰਗੜੇ ਅਲਾਪਤ ਸਭ ਤਿਖ ਜਾਏ, ਧੰਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ, ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗੈ ਨਾਦੈ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ। ਸਤਿਗੁਰਾਂ ਨੇ ਇਲਾਹੀ ਗੁਣ ਗਾਇਨ ਕਰਨ ਲਈ ਰਾਗਾਂ ਨੂੰ ਵਰਤਿਆ ਹੈ, ਪਰ ਅੱਜ ਕੱਲ੍ਹ ਇਸ ਤੋਂ ਐਨ ਉਲਟ ਰਾਗ ਵਿਦਿਆ ਦਾ ਦਿਖਾਵਾ ਕਰਨ ਲਈ ਇਲਾਹੀ ਗੁਰਬਾਣੀ ਨੂੰ ਵਰਤਿਆ ਜਾਂਦਾ ਹੈ ਅਤੇ ਗੁਰਬਾਣੀ ਦੀ ਅਵੱਗਿਆ ਹੋ ਰਹੀ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬੋ ਪਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ, ਭਗਤ ਨਾਰਦੀ ਹਿਰਦੈ ਨਾ ਆਈ ਕਾਚ ਕੂਚ ਤਨ ਦੀਨਾ, ਰਾਗ ਰਾਗਨੀ ਪਿੰਡ ਹੋਏ ਬੈਠਾ ਉਨ ਹਰ ਪੈ ਕਿਆ ਲੀਨਾ, ਗੀਤ ਰਾਗ ਘਨ ਤਾਲ ਸਿਕੂਰੇ, ਤ੍ਰੈ ਗੁਣ ਉਪਜੈ ਬਿਨਸੈ ਦੂਰੇ, ਦੂਜੀ ਦੁਰਮਤ ਦਰਦ ਨਾ ਜਾਏ, ਛੂਟੈ ਗੁਰਮੁਖ ਦਾਰੂ ਗੁਣ ਗਾਏ, ਦੂਜੈ ਭਾਏ ਬਿਲਾਵਲ ਨਾ ਹੋਵਈ ਮਨਮੁਖ ਥਾਏ ਨਾ ਪਾਏ, ਪਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ। ਰਾਗ ਨਾਦ ਅਨਹਦ ਧੁਨੀ ਦਾ ਅਕਸ ਰਿਫਲੈਕਸ਼ਨ ਹੋਣ ਕਾਰਨ ਸ਼ਬਦ ਦੀ ਬੇਅੰਤ ਸ਼ਕਤੀ ਦੇ ਪ੍ਰਤੀਕ ਅਤੇ ਪ੍ਰਗਟਾਵਾ ਹਨ। ਜਿਵੇਂ ਕਿ ਰਾਗ ਸ਼ਕਤੀ ਦੁਆਰਾ ਤਾਨਸੈਨ ਨੇ ਪੱਥਰ ਨੂੰ ਪਿਘਲਾ ਕੇ ਨੇਜ਼ਾ ਪੱਥਰ ਵਿੱਚ ਗੱਡ ਦਿੱਤਾ ਸੀ ਅਤੇ ਮੀਂਹ ਪੈਣਾ ਜਾਂ ਅੱਗ ਲੱਗਣੀ ਇਸੇ ਰਾਗ ਸ਼ਕਤੀ ਦੀਆਂ ਕਰਾਮਾਤਾਂ ਹਨ। ਰਾਗ ਦਾ ਅਸਥੂਲ ਸਰੂਪ ਸਾਜ਼ਾਂ ਵਿੱਚੋਂ ਪ੍ਰਗਟ ਹੁੰਦਾ ਹੈ, ਪਰ ਸਾਜ਼ਾਂ ਦੀ ਧੁਨ ਦਾ ਸੂਖਮ ਸਰੂਪ ਤਾਰਾਂ ਦੀ ਥਰਥਰਾਹਟ ਹੈ ਅਤੇ ਇਹ ਥਰਥਰਾਹਟ ਵਾਈਬ੍ਰੇਸ਼ਨ ਸੁਰ ਲੈ ਤਾਲ ਆਦਿ ਅੰਦਰਲੇ ਤਰੰਗਾਂ ਰੂਪ ਵਲਵਲੇ ਦਾ ਪ੍ਰਗਟਾਵਾ ਹੈ। ਇਹ ਥਰਥਰਾਹਟ ਰੁਣ ਚੁਣ ਜਾਂ ਵਲਵਲੇ ਅੰਦਰਲੀ ਭਾਸ਼ਾ ਦਾ ਅਸਥੂਲ ਰੂਪ ਹੈ। ਇਹ ਥਰਥਰਾਹਟ ਰੁਣ ਚੁਣ ਜਾਂ ਵਲਵਲੇ ਇਹ ਅੰਦਰਲੀ ਭਾਸ਼ਾ ਦਾ ਅਸਥੂਲ ਸਰੂਪ ਹੈ ਅਤੇ ਬਾਹਰਲੀ ਬੋਲੀ ਦਾ ਸੂਖਮ ਰੂਪ ਹੈ।
ਜਿਵੇਂ ਕਿ ਗ੍ਰਾਮੋਫੋਨ ਦੇ ਰਿਕਾਰਡ 'ਤੇ ਜੋ ਭਾਸ਼ਾ ਉਕਰੀ ਹੁੰਦੀ ਹੈ ਉਸ ਨੂੰ ਥਰਥਰਾਹਟ ਜਾਂ ਥਰਕੰਬਣੀ ਕਹਿੰਦੇ ਹਨ। ਇਹ ਗ੍ਰਾਮੋਫੋਨ ਦੀ ਉਕਰੀ ਹੋਈ ਭਾਸ਼ਾ ਅੰਦਰਲੀ ਰੁਣ ਚੁਣ ਦਾ ਅਸਥੂਲ ਸਰੂਪ ਹੈ। ਗੁਰਬਾਣੀ ਦੀ ਪੰਕਤੀ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ ਅਨੁਸਾਰ ਪਰਮਾਤਮਾ ਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ ਅਤੇ ਇਹ ਚੁੱਪ ਅਦ੍ਰਿਸ਼ਟ ਸੂਖਮ ਬੋਲੀ ਸਾਰੀ ਸ੍ਰਿਸ਼ਟੀ ਵਿੱਚ ਲਗਾਤਾਰ ਇੱਕ ਰਸ ਭਰਪੂਰ ਹੈ ਅਤੇ ਅਨਹਦ ਨਾਦ ਦੀ ਤਰ੍ਹਾਂ ਅਨੇਕਾਂ ਵਲਵਲਿਆਂ ਰੂਪਾਂ ਤਰੰਗਾਂ ਥਰਥਰਾਹਟ ਅਤੇ ਲਹਿਰਾਂ ਵਿੱਚ ਗੱਜ ਰਹੀ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਇਲਾਹੀ ਪ੍ਰੇਮ ਦੀ ਇਸ ਚੁੱਪ ਬੋਲੀ ਨੂੰ ਹੀ ਗੁਰਬਾਣੀ ਵਿੱਚ ਅਨਹਦ ਸ਼ਬਦ ਜਾਂ ਅਨਹਦ ਧੁਨਾਦ ਨਾਵਾਂ ਨਾਲ ਦਰਸਾਇਆ ਗਿਆ ਹੈ। ਅਜਪਾ ਜਾਪ ਜਪੈ ਮੁਖ ਨਾਮ ਅਚਿੰਤ ਹਮਾਰੇ ਅਨਹਦ ਵਾਜੈ ਅਚਿੰਤ ਹਮਾਰੇ ਗੋਬਿੰਦ ਗਾਜੈ। ਅਜਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ ਵਾਹ ਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਇਸ ਪ੍ਰੇਮ ਦੀ ਚੁੱਪ ਬੋਲੀ ਦੀ ਇਹੀ ਖੂਬੀ ਹੈ ਕਿ ਇਸ ਨੂੰ ਵਲਵਲੇ ਭਰਪੂਰ ਸੁਰਤ ਰੂਪੀ ਜ਼ੁਬਾਨ ਨਾਲ ਬੋਲਦਿਆਂ ਨਾ ਤਾਂ ਕਦੀ ਜਗਿਆਸੂ ਥੱਕਦਾ ਹੈ ਅਤੇ ਨਾ ਹੀ ਕਦੀ ਰੱਜਦਾ ਹੈ। ਇਸ ਪ੍ਰੇਮ ਦੀ ਚੁੱਪ ਬੋਲੀ ਦੀ ਇਹੀ ਖੂਬੀ ਹੈ ਕਿ ਇਸ ਨੂੰ ਵਲਵਲੇ ਭਰਪੂਰ ਸੁਰਤ ਰੂਪੀ ਜ਼ੁਬਾਨ ਨਾਲ ਬੋਲਦਿਆਂ ਨਾ ਤਾਂ ਕਦੀ ਜਗਿਆਸੂ ਥੱਕਦਾ ਹੈ ਅਤੇ ਨਾ ਹੀ ਕਦੀ ਰੱਜਦਾ ਹੈ। ਜਿਉਂ-ਜਿਉਂ ਇਹ ਬੋਲੀ ਬੋਲਦਾ ਹੈ ਤਿਉਂ-ਤਿਉਂ ਹੋਰ ਮਸਤ ਹੋ ਕੇ ਧੁਨ ਰੂਪ ਜਾਂ ਪ੍ਰੇਮ ਰੂਪ ਹੀ ਹੋ ਜਾਂਦਾ ਹੈ। ਉਸ ਨੂੰ ਆਲੇ ਦੁਆਲੇ ਦੀ ਵੀ ਕੋਈ ਸੋਝੀ ਨਹੀਂ ਰਹਿੰਦੀ। ਸੂਰਜ ਦੀ ਬੋਲੀ ਸੂਰਜ ਦੀ ਕਿਰਨ ਹੈ। ਸੂਰਜ ਦੀ ਬੋਲੀ ਸੂਰਜ ਦੀ ਕਿਰਨ ਹੈ। ਇਹਨਾਂ ਕਿਰਨਾਂ ਦੁਆਰਾ ਸਾਨੂੰ ਧੁੱਪ ਮਿਲਦੀ ਹੈ। ਇਸ ਧੁੱਪ ਵਿੱਚ ਆਪਣੇ ਸੋਮੇ ਸੂਰਜ ਦੇ ਸਾਰੇ ਗੁਣ ਹੁੰਦੇ ਹਨ, ਜਿਹਾ ਕਿ ਗਰਮੀ ਪ੍ਰਕਾਸ਼ ਨਿਰਮਲਤਾ ਜੀਵਨ ਰੋਂ ਸ਼ਕਤੀ ਆਦਿ। ਐਨ ਇਸੇ ਤਰ੍ਹਾਂ ਪਰਮਾਤਮਾ ਦੇ ਕੁਆਓ ਦੀ ਬੋਲੀ ਅਨਹਦ ਧੁਨੀ ਵਿੱਚ ਪਰਮਾਤਮਾ ਦੇ ਕੁਆਓ ਦੀ ਬੋਲੀ ਅਨਹਦ ਧੁਨੀ ਵਿੱਚ ਰੱਬੀਅਤ ਦੇ ਸਾਰੇ ਗੁਣ ਪ੍ਰੇਮ ਮਿਠਾਸ ਰਸ ਮਸਤੀ ਖੁਮਾਰੀ ਖੇੜਾ ਆਨੰਦ ਸਹਿਜ ਗਿਆਨ ਲਿਵ ਤਾਜ਼ਗੀ ਇਹ ਸਾਰੇ ਓਤ ਪੋਤ ਸਮਾਏ ਹੋਏ ਹਨ। ਇੱਥੇ ਇਹ ਗੱਲ ਸਪਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਅਨਹਦ ਧੁਨੀ ਅਥਵਾ ਇਲਾਹੀ ਚੁੱਪ ਬੋਲੀ ਆਪਣੇ ਮੂਲ ਨਿਰੰਕਾਰ ਦੀ ਤਰ੍ਹਾਂ ਇਹ ਅਦ੍ਰਿਸ਼ਟ ਸੂਖਮ ਲਗਾਤਾਰ ਇੱਕ ਰਸ ਅੱਖਰਾਂ ਤੋਂ ਪਰੇ ਮਨ ਬੁੱਧੀ ਤੋਂ ਪਰੇ ਤਿੰਨਾਂ ਗੁਣਾਂ ਤੋਂ ਪਰੇ ਸੁਤੇ ਸਿੱਧ ਆਵਾਜ਼ ਰਹਿਤ ਹੈ ਅਤੇ ਇਹ ਥਰਥਰਾਹਟ ਦੇ ਰੂਪ ਵਿੱਚ ਵਲਵਲੇ ਦੇ ਰੂਪ ਵਿੱਚ ਪ੍ਰੇਮ ਸਵੈਪਨਾ ਦੇ ਰੂਪ ਵਿੱਚ ਤਰੰਗਾਂ ਦੇ ਰੂਪ ਵਿੱਚ ਥਰਕੰਬਣੀ ਦੇ ਰੂਪ ਵਿੱਚ ਲਹਿਰਾਂ ਦੇ ਰੂਪ ਵਿੱਚ ਰੁਣ ਚੁਣ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਨਿਰੰਤਰ ਪ੍ਰਵਿਰਤ ਹੈ। ਸਾਡੀ ਮਾਨਸਿਕ ਅਤੇ ਆਤਮਿਕ ਸੂਖਮ ਗ੍ਰਹਿਣ ਸ਼ਕਤੀ ਅਨੁਸਾਰ ਹੀ ਅਸੀਂ ਇਲਾਹੀ ਅਨਹਦ ਧੁਨੀ ਨੂੰ ਗ੍ਰਹਿਣ ਕਰਕੇ ਮਾਣ ਸਕਦੇ ਹਾਂ। ਸਾਡੀ ਮਾਨਸਿਕ ਅਤੇ ਆਤਮਿਕ ਸੂਖਮ ਗ੍ਰਹਿਣ ਸ਼ਕਤੀ ਅਨੁਸਾਰ ਹੀ ਅਸੀਂ ਇਲਾਹੀ ਅਨਹਦ ਧੁਨੀ ਨੂੰ ਗ੍ਰਹਿਣ ਕਰਕੇ ਮਾਣ ਸਕਦੇ ਹਾਂ। ਜਿਸ ਤਰ੍ਹਾਂ ਰੌਸ਼ਨੀ ਅਤੇ ਆਵਾਜ਼ ਲਾਈਟ ਐਂਡ ਸਾਊਂਡ ਦੀਆਂ ਤਰੰਗਾਂ ਦੂਰ ਦੁਰਾਡੇ ਬਹੁਤ ਤੇਜ਼ ਰਫ਼ਤਾਰ ਨਾਲ ਪੁੱਜ ਜਾਂਦੀਆਂ ਹਨ, ਇਸੇ ਤਰ੍ਹਾਂ ਇਲਾਹੀ ਨਾਦ ਦੀਆਂ ਤਰੰਗਾਂ ਦੀ ਰਵਾਨਗੀ ਵੀ ਬਹੁਤ ਤੇਜ਼ ਰਫ਼ਤਾਰ ਨਾਲ ਸ੍ਰਿਸ਼ਟੀ ਵਿੱਚ ਪ੍ਰਵਿਰਤ ਹੋ ਰਹੀ ਹੈ। ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਕਰਨਾ ਪਵੇਗਾ। ਹਾਂਜੀ, ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਭਾਵਨਾਵਾਂ ਰੂਪੀ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਕਰਨਾ ਪਵੇਗਾ। ਇਲਾਹੀ ਨਾਦ ਵਿੱਚ ਮਨ ਦੀ ਲੀਨਤਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ 9 ਗੋਲਕਾਂ ਤੋਂ ਸੁਰਤ ਉੱਚੀ ਉੱਠ ਕੇ 10ਵੇਂ ਦਰ ਪ੍ਰਵੇਸ਼ ਕਰੇ।
नौ दरवाजे 10वें मुक्ता अनहद शब्द वजावणिया। 9 दर ठाके धावत रहाए 10वें निज कर वासा पाए। मूंदड़िए दरवाजे तो बाजीअले अनहद बाजे। 9 सर सुबर 10वें पूरे तै अनहद सुन वजावै तूरे। नगरी एकै 9 दरवाजे धावत बरज रहाई। त्रिकुटी छूटै 10वां दर खुले तां मन खीवा पाई। ਇਸ ਲਈ ਅੰਦਰਲੇ ਅਤੇ ਸਾਰੀ ਸ੍ਰਿਸ਼ਟੀ ਵਿੱਚ ਵੱਜ ਰਹੇ ਇਲਾਹੀ ਨਾਦ ਨਾਲ ਇੱਕ ਸੁਰ ਇਨ ਟਿਊਨ ਹੋਣ ਲਈ ਜਾਪ, ਸਿਮਰਨ, ਕੀਰਤਨ, ਸ਼ਬਦ ਵਿਚਾਰ, ਸਾਧ ਸੰਗਤ, ਪ੍ਰੇਮਾ ਭਗਤੀ, ਸੇਵਾ ਕਰਨਾ ਅਤ ਜ਼ਰੂਰੀ ਹੈ। ਅੰਮ੍ਰਿਤ ਬਾਣੀ ਸਿਉ ਚਿੱਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ। ਉਥੇ ਅਨਹਦ ਸ਼ਬਦ ਵੱਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਅਨਹਦ ਧੁਨ ਵਾਜੈ ਨਿਤ ਵਾਜੇ ਗਾਈ ਸਤਿਗੁਰ ਬਾਣੀ। ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ। ਸਾਧ ਸੰਗਤ ਅਤੇ ਗੁਰਬਾਣੀ ਤੋਂ ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ ਅਤੇ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਫੇਰ ਤਾਂ ਅੰਦਰ ਕੀ ਅਤੇ ਬਾਹਰ ਕੀ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ। ਅਣਮੜਿਆ ਮੰਦਲ ਬਾਜੈ ਬਿਨ ਸਾਵਨ ਕਨ ਹਰ ਗਾਜੈ। ਘਰ ਘਰ ਨਿਰਤ ਹੋਵੈ ਦਿਨ ਰਾਤੀ ਘਟ ਘਟ ਵਾਜੈ ਤੂਰਾ। ਵਿਣ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਏ। ਸੋ ਰਸ ਰੂਪ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ ਜੇ ਜਗਿਆਸੂ ਪ੍ਰੇਮ ਦੀ ਚੁੱਪ ਬੋਲੀ ਰੂਪ ਅਨਹਦ ਸ਼ਬਦ ਨੂੰ ਅੰਤਰਾਤਮੇ ਸੁਣੇ। ਹਾਂਜੀ, ਸੋ ਰਸ ਰੂਪ ਅਕਾਲ ਪੁਰਖ ਦੇ ਤਾਂ ਹੀ ਦਰਸ਼ਨ ਹੁੰਦੇ ਹਨ ਜੇ ਜਗਿਆਸੂ ਪ੍ਰੇਮ ਦੀ ਚੁੱਪ ਬੋਲੀ ਰੂਪ ਅਨਹਦ ਸ਼ਬਦ ਨੂੰ ਅੰਤਰਾਤਮੇ ਸੁਣੇ। ਪਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਅਨਹਦ ਧੁਨੀ ਦਰ ਵੱਜਦੇ ਦਰ ਸੱਚੈ ਸੋਭਾ ਪਾਏ। ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ। ਵਾਹੋ ਵਾਹੋ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰੇ ਮਨ ਪਾਵਤਾ ਹੈ। ਅਨਹਦ ਰੁਣ ਚੁਣਕਾਰ ਸਦਾ ਧੁਨ ਨਿਰਭਉ ਕਹਿ ਕਰ ਵਾਇਂਦਾ। ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ। ਇਹ ਅਨੂਪ ਕਿੰਗਰੀ ਇਹ ਅਨਹਦ ਚੁਣਕਾਰ ਸਦੀਵੀ ਰੁਣ ਚੁਣ ਅਨਹਦ ਸ਼ਬਦ ਪ੍ਰੇਮ ਸਵੈਪਨਾ ਪ੍ਰੇਮ ਸੰਦੇਸੜਾ ਹਰ ਨਾਵੇਂ ਨਾਲ ਗੱਲਾਂ ਹਰ ਨਾਵੇਂ ਨਾਲ ਮਸਲਤ। ਇਹ ਚੁੱਪ ਪ੍ਰੀਤ ਅਨੁਭਵ ਦੁਆਰਾ ਸੂਖਮ ਸੁਰਤ ਨਾਲ ਹੀ ਸੁਣੀ ਜਾ ਸਕਦੀ ਹੈ, ਨਾ ਕਿ ਇਹਨਾਂ ਸਥੂਲ ਕੰਨਾਂ ਨਾਲ। ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ। ਪਰ ਕਈ ਜਗਿਆਸੂ ਆਪਣੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰਕੇ ਸ਼ਾਂ ਸ਼ਾਂ ਦੀ ਆਵਾਜ਼ ਸੁਣਨ ਨੂੰ ਹੀ ਅਨਹਦ ਧੁਨੀ ਸਮਝਦੇ ਹਨ ਅਤੇ ਇਸੇ ਵਿੱਚ ਹੀ ਉਹ ਮਸਤ ਰਹਿੰਦੇ ਹਨ, ਜੋ ਕਿ ਉਹਨਾਂ ਦਾ ਬਹੁਤ ਵੱਡਾ ਭਰਮ ਭੁਲੇਖਾ ਹੈ। ਇੱਥੇ ਇਹ ਗੱਲ ਵਰਣਨ ਕਰਨੀ ਅੱਜ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ 5 ਸ਼ਬਦ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਇਹ ਲਫ਼ਜ਼ ਕੇਵਲ ਅਲੰਕਾਰਿਕ ਰੂਪ ਵਿੱਚ ਆਤਮਿਕ ਆਨੰਦ ਦੀ ਸੰਗੀਤਕ ਧੁਨ ਜਾਂ ਤਰੰਗਾਂ ਨੂੰ ਦਰਸਾਉਣ ਲਈ ਵਰਤੇ ਗਏ ਹਨ। ਕਈ ਜਗਿਆਸੂ 5 ਸ਼ਬਦ ਤੋਂ 5 ਤਰ੍ਹਾਂ ਦੀਆਂ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਿਸ਼ ਕਰਨ ਵਿੱਚ ਸੁਣਨ ਨੂੰ ਹੀ ਅਨਹਦ ਨਾਦ ਮੰਨੀ ਬੈਠੇ ਹਨ। ਕਈ ਮੱਤ 5 ਅੱਖਰਾਂ ਵਾਲੇ ਮੰਤਰ ਨੂੰ ਹੀ 5 ਸ਼ਬਦ ਮੰਨੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਮਖਾ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ 'ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ ਤਾਂ ਸਿਰਫ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਕੇ 5 ਸ਼ਬਦ ਜਾਂ 5 ਆਵਾਜ਼ਾਂ ਦੀ ਥਾਂ ਕੇਵਲ ਇੱਕੋ ਹੀ ਸ਼ਬਦ ਸੁਣਦਾ ਹੈ। ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ ਅਥਵਾ ਅਨਹਦ ਸ਼ਬਦ ਵਿੱਚ ਲਿਵਲੀਨ ਹੋ ਕੇ ਮਸਤ ਰਹਿੰਦਾ ਹੈ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਸ਼ਬਦ ਸੁਰਤ ਲਿਵ ਸਾਧ ਸੰਗ 5 ਸ਼ਬਦ ਇੱਕ ਸ਼ਬਦ ਮਿਲਾਏ।
ਰਾਗ ਨਾਦ ਲੱਖ ਸ਼ਬਦ ਲੱਖ, ਭਾਖਿਆ ਭਾਓ ਸੁਭਾਓ ਅਲਾਏ। ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਹੁਕਮ, ਅਨਹਦ ਸ਼ਬਦ, ਅਨਹਦ ਨਾਦ, ਚੁੱਪ ਪ੍ਰੀਤ, ਅੰਮ੍ਰਿਤ, ਆਤਮ ਰਸ, ਆਤਮ ਰੰਗ ਆਦਿ ਮੁੱਖ ਗੁਣ ਹਨ। ਇਹਨਾਂ ਵਿੱਚੋਂ ਚੁੱਪ ਪ੍ਰੀਤ, ਪ੍ਰੇਮ ਸਵੈਪਨਾ ਜਾਂ ਪ੍ਰੇਮ ਪਦਾਰਥ ਸ੍ਰੇਸ਼ਟ ਗੁਣ ਹੈ, ਜੋ ਬਾਕੀ ਸਾਰਿਆਂ ਰੱਬੀ ਗੁਣਾਂ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਤਦੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ, ਅਤ ਪ੍ਰੀਤਮ ਕਿਹਾ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਬਾਕੀ ਸਾਰੇ ਰੱਬੀ ਗੁਣਾਂ ਅਥਵਾ ਅਨਹਦ ਨਾਦ, ਅਨਹਦ ਸ਼ਬਦ, ਅਨਹਦ ਧੁਨੀ, ਅਨਹਦ ਚੁਨਕਾਰ, ਸ਼ਬਦ ਧੁਨ, ਪੰਜ ਸ਼ਬਦ ਆਦਿ ਵਿੱਚ ਵੀ ਇਲਾਹੀ ਚੁੱਪ ਪ੍ਰੀਤ ਅਥਵਾ ਪ੍ਰੇਮ ਸਵੈਪਨਾ ਦੀ ਬੋਲੀ ਦੀ ਝਲਕ ਵੱਜ ਰਹੀ ਹੈ। ਦੂਜੇ ਲਫ਼ਜ਼ਾਂ ਵਿੱਚ ਰਾਗ ਨਾਦ ਧੁਨੀ ਦੇ ਹਰ ਤਰੰਗ, ਹਰ ਸੁਰ, ਹਰ ਲੈ, ਹਰ ਤਾਲ ਵਿੱਚ ਇਲਾਹੀ ਪ੍ਰੇਮ ਰੰਗਣ ਦੀ ਭਾ ਜਾਂ ਅਕਸ ਪ੍ਰਵੇਸ਼ ਹੈ। ਇਸ ਲੇਖ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ। ਅਕਾਲ ਪੁਰਖ ਪ੍ਰੇਮ ਸਰੂਪ ਹੈ। ਸੰਸਾਰ ਇਲਾਹੀ ਕਵਾਓ ਤੋਂ ਉਪਜਿਆ ਹੈ। ਇਹ ਕਵਾਓ ਜਾਂ ਹੁਕਮ ਅਨੇਕਾਂ ਸਰੂਪਾਂ, ਰੰਗਾਂ, ਤਰੰਗਾਂ, ਸ਼ਕਤੀਆਂ ਵਿੱਚ ਪ੍ਰਵਿਰਤ ਹੋ ਰਿਹਾ ਹੈ। ਇਸੇ ਹੁਕਮ ਦਾ ਪ੍ਰਕਾਸ਼ ਅਬੋਲ ਬੋਲੀ ਵਿੱਚ ਅਨਹਦ ਰਾਗ, ਅਨਹਦ ਸ਼ਬਦ ਦੇ ਤਰੰਗਾਂ, ਲਹਿਰਾਂ, ਥਰਥਰਾਹਟ, ਰੁਣ ਚੁਣ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੋ ਰਿਹਾ ਹੈ ਅਤੇ ਇਹਨਾਂ ਦੇ ਅੰਤਰ ਚੁੱਪ ਪ੍ਰੀਤ ਦੀ ਤਾਰ ਨਿਰੰਤਰ ਆਪਣੀ ਮਿਠਾਸ, ਆਪਣਾ ਰਸ ਅਤੇ ਇਲਾਹੀ ਭਾਵਨਾਵਾਂ ਖਿਲਾਰ ਰਹੀ ਹੈ। ਇਹ ਸਾਰੀ ਪਿਰਮ ਖੇਲ ਅਦ੍ਰਿਸ਼ਟ ਆਤਮਿਕ ਮੰਡਲ ਵਿੱਚੋਂ ਉਪਜੀ ਹੈ। ਇਸ ਪਿਰਮ ਖੇਲ ਦਾ ਗੁਪਤ ਨਾਦ ਸਦੀਵੀ ਅਨਹਦ ਧੁਨੀ ਵਿੱਚ ਇੱਕ ਰਸ ਰਵਾਂ ਹੈ। ਇਸ ਪਿਰਮ ਖੇਲ ਦਾ ਗੁਪਤ ਨਾਦ ਸਦੀਵੀ ਅਨਹਦ ਧੁਨੀ ਵਿੱਚ ਇੱਕ ਰਸ ਰਵਾਂ ਹੈ। ਇਸ ਇਲਾਹੀ ਮੰਡਲ ਦੀ ਅਬੋਲ ਬੋਲੀ ਨੂੰ ਹੀ ਅਨਹਦ ਧੁਨੀ ਕਿਹਾ ਜਾਂਦਾ ਹੈ। ਇਹ ਚੁੱਪ ਪ੍ਰੀਤ ਦਾ ਨਾਦ ਸਾਡੇ ਮਨ ਨੂੰ ਇਲਾਹੀ ਵਲਵਲਿਆਂ ਨਾਲ ਭਰਪੂਰ ਕਰਕੇ ਵਿਸਮਾਦਿਤ ਕਰਦਾ ਹੈ। ਇਹ ਇਲਾਹੀ ਵਲਵਲੇ ਗੁਰਬਾਣੀ ਵਿੱਚ ਵੀ ਭਰਪੂਰ ਹਨ ਅਤੇ ਰਾਗ ਵਿੱਚ ਵੀ ਇਹਨਾਂ ਵਲਵਲਿਆਂ ਨੂੰ ਪ੍ਰਗਟਾਉਣ ਦੀ ਸਮਰੱਥਾ ਹੈ। ਇਸੇ ਕਰਕੇ ਗੁਰਬਾਣੀ ਰਾਗਾਂ ਵਿੱਚ ਉਚਾਰੀ ਗਈ ਹੈ। ਜਦੋਂ ਇਲਾਹੀ ਵਲਵਲੇ ਨਾਲ ਭਰਪੂਰ ਕਿਸੇ ਸ਼ਬਦ ਨੂੰ ਉਸੇ ਤਾਸੀਰ ਨਾਲ ਰਲਦੇ ਮਿਲਦੇ ਰਾਗ ਵਿੱਚ ਗਾਇਆ ਜਾਏ ਤਾਂ ਵਲਵਲੇ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ ਅਤੇ ਸਾਡਾ ਅਮੋੜ ਅਤੇ ਕਠੋਰ ਮਨ ਦਰਵ ਕੇ ਇਲਾਹੀ ਪ੍ਰੇਮ ਸਵੈਪਨਾ ਦੇ ਮੰਡਲਾਂ ਵਿੱਚ ਤਾਰੀਆਂ ਲਾਉਂਦਾ ਹੋਇਆ ਅਨਹਦ ਧੁਨੀ ਦੀਆਂ ਝਲਕਾਂ ਦਾ ਪਾਤਰ ਬਣਦਾ ਹੈ। ਜਦ ਇਹ ਅਨਹਦ ਧੁਨੀ ਦੀਆਂ ਤਰੰਗਾਂ ਜਾਂ ਲਹਿਰਾਂ ਬਾਹਰਮੁਖੀ ਪ੍ਰਵਿਰਤ ਹੁੰਦੀਆਂ ਹਨ ਤਾਂ ਇਹ ਆਵਾਜ਼, ਬੋਲੀ ਅਤੇ ਅੱਖਰਾਂ ਦਾ ਰੂਪ ਧਾਰ ਲੈਂਦੀਆਂ ਹਨ। ਜਦ ਇਹ ਅਨਹਦ ਧੁਨੀ ਦੀਆਂ ਤਰੰਗਾਂ ਜਾਂ ਲਹਿਰਾਂ ਬਾਹਰਮੁਖੀ ਪ੍ਰਵਿਰਤ ਹੁੰਦੀਆਂ ਹਨ ਤਾਂ ਇਹ ਆਵਾਜ਼, ਬੋਲੀ ਅਤੇ ਅੱਖਰਾਂ ਦਾ ਰੂਪ ਧਾਰ ਲੈਂਦੀਆਂ ਹਨ। ਇਹਨਾਂ ਬਾਹਰਮੁਖੀ ਤਰੰਗਾਂ ਅਤੇ ਲਹਿਰਾਂ ਨੂੰ ਰਾਗ ਨਾਦ ਦੇ ਅੱਡ ਅੱਡ ਨਾਂਅ ਦੇ ਦਿੱਤੇ ਜਾਂਦੇ ਹਨ। ਇਹਨਾਂ ਬਾਹਰਮੁਖੀ ਤਰੰਗਾਂ ਅਤੇ ਲਹਿਰਾਂ ਨੂੰ ਰਾਗ ਨਾਦ ਦੇ ਅੱਡ ਅੱਡ ਨਾਂਅ ਦੇ ਦਿੱਤੇ ਜਾਂਦੇ ਹਨ, ਜਿਹਾ ਕਿ ਸਿਰੀ ਰਾਗ, ਮਾਝ ਰਾਗ, ਗੌੜੀ ਰਾਗ ਆਦਿ। ਆਮ ਜਨਤਾ ਤਾਂ ਬਾਹਰਮੁਖੀ ਟੂਟਾਂ ਅਤੇ ਡੌਂਡੋਂ ਉੱਤੇ ਹੀ ਰੀਝ ਪੈਂਦੀ ਹੈ। ਇਹ ਬਾਹਰਲਾ ਨਾਦ ਅੰਦਰਲੀ ਅਨਹਦ ਧੁਨੀ ਦਾ ਅਕਸ, ਪ੍ਰਤੀਕ ਅਤੇ ਪ੍ਰਗਟਾਵਾ ਹੈ। ਸ਼ਬਦ ਅਤੇ ਰਾਗ ਨਾਦ ਦਾ ਅਸਲੀ ਰਸ ਅਨੁਭਵ ਦੀ ਖੇਡ ਹੈ। ਅਨੁਭਵ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ ਅਤੇ ਮਾਣ ਕੇ ਸਾਡਾ ਮਨ ਖੀਵਾ ਹੋ ਕੇ ਵਿਸਮਾਦ ਅਵਸਥਾ ਵਿੱਚ ਚਲਾ ਜਾਂਦਾ ਹੈ। ਸੁਨ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ, ਤਪਤ ਬੁਝੀ ਸ਼ੀਤਲ ਆਘਾਨੇ, ਸੁਨ ਅਨਹਦ ਬਿਸਮ ਪਏ ਬਿਸਮਾਦ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਫੇਰ ਤਾਂ ਸਾਨੂੰ ਚਿੜੀਆਂ ਦੀ ਚੋਂ ਚੋਂ, ਜੁੱਤੀ ਦੀ ਚੀਂ ਚੀਂ, ਨਦੀਆਂ ਨਾਲਿਆਂ ਦੇ ਵਹਿਣ ਦੀ ਆਵਾਜ਼,
ਝਰਨਿਆਂ ਦੀ ਝਰਨ ਝਰਨ, ਪਵਨ ਦੀ ਛਾਂ ਛਾਂ, ਰਾਤ ਦੀ ਸੁਨ ਸਮਾਧ ਆਦ, ਹਰ ਕਿਸਮ ਦੀ ਆਵਾਜ਼ ਵਿੱਚੋਂ ਹਰ ਸਮੇਂ ਰੱਬੀ ਰਾਗ ਰੱਬੀ ਧੁਨ ਸੁਣਾਈ ਦੇਵੇਗੀ। ਹਾਂਜੀ, ਫਿਰ ਤਾਂ ਚਿੜੀਆਂ ਦੀ ਚੋਂ ਚੋਂ, ਜੁੱਤੀ ਦੀ ਚੀਂ ਚੀਂ, ਨਦੀਆਂ ਨਾਲਿਆਂ ਦੇ ਵਹਿਣ, ਰਾਤ ਦੀ ਸੁਨ ਸਮਾਧ ਆਦ, ਹਰ ਕਿਸਮ ਦੀ ਆਵਾਜ਼ ਵਿੱਚੋਂ ਹਰ ਸਮੇਂ ਰੱਬੀ ਰਾਗ ਰੱਬੀ ਧੁਨ ਸੁਣਾਈ ਦੇਵੇਗੀ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਨ ਤੇਤਾ ਧਿਆਨ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।